ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਹੰਦ ਦੀ ਪਾਵਨ ਪਵਿੱਤਰ ਧਰਤੀ ਤੋਂ ਲਗਭਗ 25 ਕੁ ਮੀਲ ਦੀ ਵਿੱਥ 'ਤੇ ਸਥਿਤ ਨਗਰ ਬਾਰਨ ਵਿੱਚ ਸਮਾਂ 1753 ਅਬਦੂ ਸਮੰਦ ਖਾਂ ਔਰ ਉਹਦੇ ਵਜ਼ੀਰ ਨਿਜ਼ਾਮੁਦੀਨ ਆਪਣਾ ਕਾਫਲਾ ਲੈ ਕੇ ਲਾਮ ਲਸ਼ਕਰ ਲੈ ਕੇ ਪਟਿਆਲਾ ਦੀ ਪਾਵਨ ਪਵਿੱਤਰ ਧਰਤੀ ਨੂੰ ਜਾ ਰਹੇ ਨੇ। ਰਸਤੇ ਵਿੱਚ ਉਹਨਾਂ ਨੂੰ ਵਾਹਿਗੁਰੂ ਗੁਰਮੰਤਰ ਦੇ ਧੁਨ ਆਵਾਜ਼ ਦੇ ਰੂਪ ਵਿੱਚ ਸੁਣੇ। ਰਸਤੇ ਵਿੱਚ ਉਹਨਾਂ ਦੇ ਕੰਨਾਂ ਵਿੱਚ ਵਾਹਿਗੁਰੂ 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 ਦੀ ਆਵਾਜ਼ ਪੈਂਦੀ ਹੈ। ਆ ਰਹੀ ਆਵਾਜ਼ ਵੱਲ ਆਪਣੇ ਕੰਨਾਂ ਨੂੰ ਕੇਂਦਰਿਤ ਕਰਕੇ ਪੂਰਾ ਲਾਮ ਲਸ਼ਕਰ ਲੈ ਕੇ ਅਬਦੂ ਸਮੰਦ ਖਾਂ ਇੱਕ ਖੂਹ 'ਤੇ ਜਾ ਪਹੁੰਚਿਆ। ਇਸ ਖੂਹ ਦੇ ਉੱਤੇ ਅੰਤਰ ਧਿਆਨ ਹੋਇਆ ਇੱਕ ਗੁਰੂ ਦਾ ਪਿਆਰਾ ਨਾਮ ਬਾਣੀ ਵਿੱਚ ਰੰਗਿਆ ਹੋਇਆ ਸਿੱਖ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਇਸ਼ਨਾਨ ਕਰ ਰਿਹਾ ਹੈ। ਇਸ਼ਨਾਨ ਕਰਦਿਆਂ ਕਰਦਿਆਂ ਵਾਹਿਗੁਰੂ ਵਿੱਚ ਚਿੱਤ ਉਸ ਸਿੱਖ ਦੀ ਇਸ ਤਰੀਕੇ ਨਾਲ ਜੁੜੀ ਹੋਈ ਹੈ ਕਿ ਉਹਨੂੰ ਧਿਆਨ ਹੀ ਨਾ ਰਿਹਾ ਕਿ ਮੇਰੇ ਕੋਲ ਕੌਣ ਆਇਆ ਹੈ ਅਤੇ ਕੌਣ ਮੇਰੇ ਕੋਲੋਂ ਲੰਘ ਚੁੱਕਾ ਹੈ। ਇਹਨੇ ਨੂੰ ਇੱਕ ਕੜਕਵੀਂ ਆਵਾਜ਼ ਆਈ ਕਿ ਤੈਨੂੰ ਪਤਾ ਨਹੀਂ ਹੈ ਕਿ ਤੇਰੇ ਕੋਲੋਂ ਦੀ ਕੌਣ ਪਹੁੰਚਿਆ, ਤੇਰੇ ਕੋਲ ਕੌਣ ਆਇਆ। ਭਾਈ ਸਾਹਿਬ ਨੇ ਆਪਣੇ ਨੇਤਰ ਖੋਲ੍ਹੇ, ਅਬਦੂ ਸਮੰਦ ਖਾਂ ਦੇ ਵੱਲ ਧਿਆਨ ਮਾਰਿਆ ਅਤੇ ਨਿਮਰਤਾ ਸਹਿਤ ਗੁਸਤਾਖੀ ਦੀ ਮਾਫ਼ੀ ਮੰਗਦਿਆਂ ਕਿਹਾ ਕਿ ਮੈਂ ਗੁਰੂ ਸਿਮਰਨ ਵਿੱਚ ਜੁੜਿਆ ਹੋਇਆ ਸੀ, ਮੁਆਫ਼ੀ ਚਾਹੁੰਦਾ, ਆਪ ਜੀ ਵੱਲ ਧਿਆਨ ਨਾ ਦੇ ਸਕਿਆ। ਅਤੇ ਨਿਜ਼ਾਮੁਦੀਨ ਇਹ ਕਹਿਣ ਲੱਗਾ ਕਿ ਤੈਨੂੰ ਪਤਾ ਨਹੀਂ ਹੈ ਕਿ ਤੇਰੀ ਇਸ ਗੁਸਤਾਖੀ ਦੀ ਤੈਨੂੰ ਕਿੱਡੀ ਵੱਡੀ ਸਜ਼ਾ ਹੋ ਸਕਦੀ ਹੈ। ਭਾਈ ਸਾਹਿਬ ਨੇ ਗੁਸਤਾਖੀ ਦੀ ਸਜ਼ਾ ਵਾਲਾ ਸ਼ਬਦ ਸੁਣਿਆ ਅਤੇ ਨਿਮਰਤਾ ਸਾਹਿਤ ਇਹ ਜਵਾਬ ਦਿੱਤਾ ਕਿ ਮੈਂ ਗੁਸਤਾਖੀ ਤਾਂ ਕੋਈ ਕੀਤੀ ਨਹੀਂ, ਮੈਂ ਤਾਂ ਆਪਣੇ ਗੁਰੂ ਦੇ ਮੰਤਰ ਵਿੱਚ ਜੁੜਿਆ ਹੋਇਆ, ਮੈਂ ਵਾਹਿਗੁਰੂ ਦਾ ਸਿਮਰਨ ਕਰ ਰਿਹਾ। ਅਤੇ ਜੇ ਵਾਹਿਗੁਰੂ ਦਾ ਸਿਮਰਨ ਕਰਨਾ ਗਲਤ ਹੈ, ਗੁਸਤਾਖੀ ਹੈ, ਅਤੇ ਉਸ ਗੁਸਤਾਖੀ ਦੀ ਤੁਸੀਂ ਜੋ ਚਾਹੋ ਮੈਨੂੰ ਸਜ਼ਾ ਦੇ ਸਕਦੇ ਹੋ, ਪਰ ਮੇਰੇ ਮੁਤਾਬਕ ਸਿਰਫ ਅਤੇ ਸਿਰਫ ਸਿਮਰਨ ਹੈ, ਕੋਈ ਗਲਤੀ ਨਹੀਂ ਹੈ। ਅਬਦੂ ਸਮੰਦ ਖਾਂ ਗੁੱਸੇ ਵਿੱਚ ਆਇਆ, ਆਪਣੇ ਵਜ਼ੀਰ ਨਿਜ਼ਾਮੁਦੀਨ ਨੂੰ ਇਹ ਗੱਲ ਕਹਿਣ ਲੱਗਾ ਕਿ ਇਹਨੂੰ ਇਹਦੀ ਬਣਦੀ ਸਜ਼ਾ ਦਿੱਤੀ ਜਾਵੇ। ਵਜ਼ੀਰ ਨੇ ਇੱਕ ਸਾਹਮਣੇ ਰੱਖੀ ਪੰਡ ਵੱਲ, ਇੱਕ ਗਠੜੀ ਵੱਲ ਤੇ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਪੰਡ ਨੂੰ ਚੁੱਕ ਕੇ ਅਤੇ ਪਟਿਆਲੇ ਛੱਡ ਕੇ ਆ। ਭਾਈ ਸਾਹਿਬ ਜੀ ਕਹਿਣ ਲੱਗੇ ਗੁਸਤਾਖੀ, ਪਹਿਲਾਂ ਇਹ ਗੱਲ ਦੱਸੋ ਕਿ ਇਸ ਪੰਡ ਵਿੱਚ ਰੱਖਿਆ ਹੋਇਆ ਸਮਾਨ ਕੀ ਹੈ। ਜਦੋਂ ਪੰਡ ਵਿੱਚ ਰੱਖੇ ਹੋਏ ਸਮਾਨ ਨੂੰ ਬਾਰੇ ਪੁੱਛਿਆ ਅਤੇ ਅਬਦੂ ਸਮੰਦ ਖਾਂ ਗੁੱਸੇ ਵਿੱਚ ਇਹ ਗੱਲ ਕਹਿਣ ਲੱਗਾ ਕਿ ਤੈਨੂੰ ਪਤਾ ਹੈ ਕਿ ਮੁਗਲਿਆ ਸਲਤਨਤ ਦੀ ਹੁਕਮ ਅਦੂਲੀ ਕਰਨ ਦੀ ਸਜ਼ਾ ਤੈਨੂੰ ਹੋਰ ਮਿਲ ਸਕਦੀ ਹੈ। ਤੈਨੂੰ ਮੁਗਲਿਆ ਸਲਤਨਤ ਦਾ ਹਰ ਹੁਕਮ ਖਿੜੇ ਮੱਥੇ ਮੰਨਣਾ ਪੈਣਾ ਹੈ ਅਤੇ ਮੰਨਣ ਦੀ ਬਜਾਏ ਤੂੰ ਅੱਗੋਂ ਜਵਾਬ ਦੇ ਰਿਹਾ। ਭਾਈ ਸਾਹਿਬ ਜੀ ਕਹਿਣ ਲੱਗੇ ਕਿ ਤਦ ਤੱਕ ਮੈਂ ਇਸ ਗਠੜੀ ਨੂੰ, ਇਸ ਪੰਡ ਨੂੰ ਚੁੱਕਾਂਗਾ ਨਹੀਂ ਜਦ ਤੱਕ ਮੈਨੂੰ ਪਤਾ ਨਹੀਂ ਲੱਗਦਾ ਇਸ ਪੰਡ ਵਿੱਚ ਕੀ ਹੈ। ਜਦੋਂ ਉਸ ਪੰਡ ਵਿੱਚ ਰੱਖੇ ਸਮਾਨ ਬਾਰੇ ਜਾਣੂ ਕਰਵਾਇਆ ਗਿਆ ਕਿ ਇਸ ਪੰਡ ਵਿੱਚ ਰੱਖਿਆ ਹੋਇਆ ਹੁੱਕਾ ਹੈ, ਹੁੱਕੇ ਦਾ ਤੰਬਾਕੂ ਹੈ ਅਤੇ ਇਹਨੂੰ ਛੱਡ ਕੇ ਬਾਰਨ ਪਿੰਡ ਤੋਂ ਪਟਿਆਲੇ ਛੱਡ ਕੇ ਆਉਣਾ ਪੈਣਾ। ਇਸ ਗੱਲ ਨੂੰ ਸੁਣਦਿਆਂ ਸਾਰ ਭਾਈ ਸਾਹਿਬ ਜੀ ਦੇ ਮੁੱਖ ਵਿੱਚੋਂ ਇੱਕੋ ਗੱਲ ਨਿਕਲਦੀ ਹੈ ਕਿ ਹੋਰ ਜੋ ਮਰਜ਼ੀ ਹੋ ਜਾਵੇ, ਮੈਂ ਉਸ ਹੁੱਕੇ ਦੀ ਪੰਡ ਨੂੰ ਚੁੱਕ ਕੇ ਅਤੇ ਅਗਾਂਹ ਨਹੀਂ ਜਾਵਾਂਗਾ, ਇੱਕ ਪੈਰ ਵੀ ਨਹੀਂ ਤੁਰਾਂਗਾ। ਗੁੱਸੇ ਵਿੱਚ ਆਇਆ ਅਬਦੂ ਸਮੰਦ ਖਾਂ ਇਹ ਕਹਿਣ ਲੱਗਾ ਤੈਨੂੰ ਇਹਦੀ ਸਜ਼ਾ ਕਿੱਡੀ ਵੱਡੀ ਮਿਲ ਸਕਦੀ ਹੈ ਪਤਾ ਹੈ। ਕਹਿਣ ਲੱਗਾ ਸਜ਼ਾ ਜਿੱਡੀ ਵੱਡੀ ਮਰਜ਼ੀ ਦੇ ਦਿਓ, ਪਰ ਮੈਂ ਇਸ ਹੁੱਕੇ ਦੀ ਪੰਡ ਨੂੰ, ਇਸ ਤੰਬਾਕੂ ਦੀ ਪੰਡ ਨੂੰ ਚੁੱਕ ਕੇ ਅਗਾਂਹ ਨਹੀਂ ਜਾਵਾਂਗਾ। ਅਬਦੂ ਸਮੰਦ ਖਾਂ ਗੁੱਸੇ ਵਿੱਚ ਆਇਆ, ਪਿੰਡ ਵਿੱਚੋਂ 2 ਕਸਾਈਆਂ ਨੂੰ ਮੰਗਾਉਂਦਾ ਹੈ ਅਤੇ ਭਾਈ ਸਾਹਿਬ ਜੀ ਨੂੰ ਸਾਹਮਣੇ ਖੜਾ ਕਰਕੇ ਇੱਕ ਸਜ਼ਾ ਦਿੰਦਾ ਹੈ ਕਿ ਭਾਈ ਸਾਹਿਬ ਜੀ ਦਾ ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਖੋਪੜ ਤੱਕ ਦਾ ਸਾਰਾ ਚੰਮ ਉਧੇੜ ਦਿੱਤਾ ਜਾਵੇ, ਮਾਸ ਉਧੇੜ ਦਿੱਤਾ ਜਾਵੇ। ਅਤੇ ਦੂਸਰਾ ਭਾਈ ਸਾਹਿਬ ਜੀ ਨੂੰ ਇੱਕ ਗੱਲ ਕਹੀ ਜਾਂਦੀ ਹੈ ਕਿ ਜੇ ਜਾਨ ਬਚਾਉਣੀ ਹੈ ਜਾਂ ਸਿੱਖੀ ਤਿਆਗ ਕੇ ਆਪਣੇ ਸੀਸ ਉੱਤੇ ਇਹ ਪੰਡ ਚੁੱਕ ਕੇ ਪਟਿਆਲੇ ਛੱਡ ਕੇ ਆ ਜਾਓ। ਭਾਈ ਸਾਹਿਬ ਨੇ ਅੱਗੋਂ ਜਵਾਬ ਦਿੱਤਾ ਕਿ ਨਾ ਤਾਂ ਮੈਂ ਤੁਹਾਡੀ ਪੰਡ, ਆ ਤੰਬਾਕੂ ਵਾਲੀ ਹੁੱਕੇ ਵਾਲੀ ਪੰਡ ਪਟਿਆਲੇ ਛੱਡ ਕੇ ਆਵਾਂਗਾ ਔਰ ਨਾ ਹੀ ਮੈਂ ਸਿੱਖੀ ਤਿਆਗਾਂਗਾ। ਇਸ ਗੁਸਤਾਖੀ ਦੇ ਬਦਲੇ, ਜੇ ਤੁਹਾਨੂੰ ਲੱਗਦਾ ਕਿ ਗੁਸਤਾਖੀ ਹੈ, ਇਸ ਗੁਸਤਾਖੀ ਦੇ ਬਦਲੇ ਜੋ ਵੀ ਸਜ਼ਾ ਦਿਓਗੇ ਮੈਂ ਪ੍ਰਵਾਨ ਕਰਾਂਗਾ। ਅਬਦੂ ਸਮੰਦ ਖਾਂ ਭਾਈ ਸਾਹਿਬ ਜੀ ਨੂੰ 2 ਕਸਾਈ ਮੰਗਵਾ ਕੇ
ਬੋਹੜ ਦੇ ਰੁੱਖ ਨਾਲ ਬੰਨ੍ਹ ਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦਾ ਸਾਰਾ ਮਾਸ ਉਤਾਰਨ ਦੀ ਸਜ਼ਾ ਦਿੰਦਾ ਹੈ। ਇਕੱਲਾ ਭਾਈ ਸਾਹਿਬ ਜੀ ਦਾ ਖੱਲ ਉਤਾਰ ਕੇ ਮੌਤ ਦੀ ਸਜ਼ਾ ਸ਼ਹੀਦ ਨਹੀਂ ਕੀਤਾ। ਭਾਈ ਸਾਹਿਬ ਜੀ ਦੀ ਧਰਮ ਸੁਪਤਨੀ ਮਾਤਾ ਧੰਨ ਕੌਰ ਜੀ, ਉਹਨਾਂ ਦੇ ਸਪੁੱਤਰ ਭਾਈ ਕੜਾਕਾ ਸਿੰਘ ਜੀ ਅਤੇ ਭਾਈ ਖੜਕ ਸਿੰਘ ਜੀ, ਦੋਨਾਂ ਨੂੰ ਭਾਈ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਕੋਹ ਕੇ ਤਸੀਹੇ ਦਿੱਤੇ ਗਏ। ਇਤਿਹਾਸ ਇੱਕ ਗੱਲ ਹੋਰ ਦੱਸਦਾ ਹੈ ਕਿ ਭਾਈ ਕੜਾਕਾ ਸਿੰਘ ਜੀ ਦੀ ਧਰਮ ਸੁਪਤਨੀ ਗਰਭ ਅਵਸਥਾ ਵਿੱਚ ਹੈ, ਜਿਹੜੀ ਆਪਣੇ ਪਰਿਵਾਰ ਨੂੰ ਦਿੱਤੀ ਜਾਂਦੀ ਸਜ਼ਾ ਨੂੰ ਵੇਖਦਿਆਂ ਕਿਸੇ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਭਾਣੇ ਵਿੱਚ, ਪ੍ਰਮਾਤਮਾ ਦੀ ਕਿਰਪਾ ਦੇ ਨਾਲ, ਪ੍ਰਮਾਤਮਾ ਦੀ ਰਜ਼ਾ ਵਿੱਚ ਬਚ ਬਚਾ ਕੇ ਬਾਹਰ ਨਿਕਲਦੀ ਆ ਔਰ ਅੰਬਾਲੇ ਜਾ ਕੇ ਇੱਕ ਬਾਲਕ ਨੂੰ ਜਨਮ ਦਿੰਦੀ ਹੈ। ਪਰ ਭਾਈ ਖੜਕ ਸਿੰਘ ਦੀ ਧਰਮ ਸੁਪਤਨੀ ਨੂੰ ਵੀ ਇਹਨਾਂ ਨੇ ਸ਼ਹੀਦ ਕਰ ਦਿੱਤਾ। ਉਹ ਮਹਾਨ ਯੋਧਾ, ਜਿਸ ਯੋਧੇ ਦੀ ਗਾਥਾ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਹੈ, ਉਹ ਯੋਧਾ ਸਿੱਖ ਇਤਿਹਾਸ ਵਿੱਚ ਭਾਈ ਜੈ ਸਿੰਘ ਜੀ ਖਲਕਟ ਦੇ ਨਾਮ ਦੇ ਨਾਲ ਮਸ਼ਹੂਰ ਹੈ। ਔਰ ਉਸ ਯੋਧੇ ਦੀ ਸ਼ਹਾਦਤ ਕੇਵਲ ਤਾਂ ਕੇਵਲ ਆਪਣੇ ਸਰੀਰ ਉੱਤੇ, ਆਪਣੇ ਸਿਰ ਉੱਤੇ ਤੰਬਾਕੂ ਦੀ ਪੰਡ ਨਾ ਚੁੱਕਣ ਦੀ ਗੁਸਤਾਖੀ ਦੀ ਸਭ ਤੋਂ ਵੱਡੀ ਸਜ਼ਾ ਮਿਲੀ। ਪਰ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਚਾਹੁੰਦਾ ਕਿ ਜਿਸ ਭਾਈ ਜੈ ਸਿੰਘ ਨੇ ਆਪਣੇ ਸਿਰ ਉੱਤੇ ਤੰਬਾਕੂ ਦੀ ਪੰਡ, ਹੁੱਕੇ ਦੀ ਪੰਡ ਨਹੀਂ ਸੀ ਰੱਖੀ, ਅੱਜ ਸਾਡੇ ਪੰਜਾਬ ਦੇ ਨੌਜਵਾਨਾਂ ਦੀਆਂ ਤਲੀਆਂ ਦੇ ਉੱਤੇ ਉਹ ਤੰਬਾਕੂ ਜਿਹੜਾ ਹੈ ਤਲੀਆਂ ਤੋਂ ਉਹਨਾਂ ਦੇ ਮੂੰਹ ਵਿੱਚ ਜਾ ਰਿਹਾ ਹੈ। ਪਰ ਸਾਡੇ ਨੌਜਵਾਨ ਭਾਈ ਜੈ ਸਿੰਘ ਜੀ ਖਲਕਟ ਦਾ ਜੀਵਨ ਪੜ੍ਹ ਕੇ ਭਾਈ ਜੈ ਸਿੰਘ ਜੀ ਦੇ ਜੀਵਨ ਵਿੱਚੋਂ ਕੋਈ ਵੀ ਸਿੱਖਿਆ ਨਹੀਂ ਲੈ ਰਹੇ। ਸੋ ਗੁਰੂ ਪਿਆਰੇ ਖਾਲਸਾ ਜੀ, ਇਸ ਸਾਖੀ ਤੋਂ ਸਾਨੂੰ ਇੱਕ ਗੱਲ ਹੋਰ ਵੀ ਬਹੁਤ ਸੋਹਣੀ ਅੱਜ ਦੇ ਸਮੇਂ ਦੇ ਵਿੱਚ ਸਿੱਖਣ ਵਾਲੀ ਮਿਲਦੀ ਹੈ। ਉਹ ਗੱਲ ਇਹ ਹੈ ਕਿ ਜਿਵੇਂ ਭਾਈ ਜੈ ਸਿੰਘ ਨੂੰ ਸਰੀਰ ਕਰਕੇ ਸਭ ਤੋਂ ਵੱਡਾ ਕਸ਼ਟ ਦਿੱਤਾ ਗਿਆ, ਸਾਡੇ ਸਰੀਰ ਉੱਤੇ ਕਿਤੇ ਥੋੜ੍ਹਾ ਜਿਹਾ ਕੱਟ ਆ ਜਾਵੇ ਤੇ ਅਸੀਂ ਡਾਕਟਰਾਂ ਤੱਕ, ਅਸੀਂ ਟਾਂਕੇ ਲਵਾਉਣ ਤੱਕ, ਅਸੀਂ ਪੱਟੀਆਂ ਕਰਾਉਣ ਤੱਕ, ਅਸੀਂ ਮਲਮਾਂ ਲਾਉਣ ਤੱਕ ਜਾਂਦੇ ਹਾਂ। ਪਰ ਭਾਈ ਜੈ ਸਿੰਘ ਜੀ ਦੇ ਸਾਰੇ ਸਰੀਰ ਦੇ ਉੱਤੋਂ ਉੱਪਰਲੀ ਚਮੜੀ ਜਿਹੜੀ ਹੈ ਉਹਨੂੰ ਰੰਬੀਆਂ ਦੇ ਨਾਲ ਉਤਾਰ ਦਿੱਤਾ ਗਿਆ। ਸਰੀਰ ਕਰਕੇ ਭਾਈ ਸਾਹਿਬ ਨੇ ਕਿੰਨੇ ਕਸ਼ਟ ਝੱਲੇ, ਪਰ ਭਾਈ ਸਾਹਿਬ ਜੀ ਅਡੋਲ ਖੜੇ ਰਹੇ। ਭਾਈ ਸਾਹਿਬ ਜੀ ਮੁਨਕਰ ਨਾ ਹੋਏ। ਗੁਰੂ ਨਾਨਕ ਸਾਹਿਬ ਜੀ ਦਾ ਚੜ੍ਹਦੀ ਕਲਾ ਦਾ ਸੰਕਲਪ ਦ੍ਰਿੜ ਕੀਤਾ ਸੀ। ਵਾਹਿਗੁਰੂ ਦਾ ਗੁਰਮੰਤਰ ਕਰਦਿਆਂ ਭਾਈ ਸਾਹਿਬ ਜੀ ਨੇ ਉਸ ਦ੍ਰਿੜ ਸੰਕਲਪ ਦੇ ਨਾਲ ਆਪਣੇ ਤਨ ਤੇ ਆਈ ਪੀੜਾ ਨੂੰ ਹਰਿਆ। ਸੋ ਭਾਈ ਜੈ ਸਿੰਘ ਖਲਕਟ ਦੇ ਜੀਵਨ ਵਿੱਚੋਂ ਸਾਨੂੰ ਜਿਹੜੀ ਸਿੱਖਿਆ ਲੈਣੀ ਬਣਦੀ ਹੈ ਕਿ ਭਾਈ ਜੈ ਸਿੰਘ ਵਾਂਗ ਜੇ ਸਾਡੇ ਸਰੀਰ ਉੱਤੇ ਕਿੱਡਾ ਵੱਡਾ ਮਰਜ਼ੀ ਕਸ਼ਟ ਕਿਉਂ ਨਾ ਆਵੇ, ਸਾਨੂੰ ਮਨ ਕਰਕੇ ਪ੍ਰਬਲ ਸ਼ਕਤੀ ਦੇ ਮਾਲਕ ਬਣਨਾ ਪੈਣਾ ਹੈ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਪੈਣਾ ਹੈ ਔਰ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਗੁਰਸਿੱਖੀ ਦੇ ਹਰ ਸਿਧਾਂਤ 'ਤੇ ਪਹਿਰਾ ਦੇਣਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਕਲਪ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਕੇਵਲ ਮੰਗਣ ਤੱਕ ਸੀਮਤ ਨਹੀਂ ਹੈ। ਸਿੱਖ ਪਹਿਲਾਂ ਉਸ ਭਾਣੇ ਨੂੰ, ਉਸ ਸਰਬੱਤ ਦੇ ਭਲੇ ਨੂੰ ਆਪਣੇ ਤਨ 'ਤੇ ਹੰਡਾਉਂਦਾ ਹੈ, ਫਿਰ ਦੂਸਰਿਆਂ ਦੇ ਪ੍ਰਤੀ ਉਸ ਸਰਬੱਤ ਦੇ ਭਲੇ ਦੀ ਪ੍ਰਬਲ ਇੱਛਾ ਲੈ ਕੇ ਤੇ ਸਾਰੀ ਸੰਗਤ ਨੂੰ ਉਜਾਗਰ ਕਰਦਾ ਹੈ। ਉਸ ਸਰਬੱਤ ਦੇ ਭਲੇ ਦੇ ਸੰਕਲਪ ਨੂੰ, ਕਨਸੈਪਟ ਨੂੰ ਆਪਣੇ ਮਨ ਅੰਦਰ ਦ੍ਰਿੜ ਕਰਦਿਆਂ ਸੰਸਾਰ ਵਿੱਚ ਵਿਚਰਨਾ ਹੈ, ਜਿੱਥੇ ਲੁਕਾਈ ਦਾ ਵੀ ਭਲਾ ਕਰਦੇ ਰਹਿਣਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।